बिस्मिल्लाहिर्रहमानिर्रहीम। दोस्तों, अरशद लोधी काम ਦੀਆਂ ਗੱਲਾਂ ਨਾਲ ਹਾਜ਼ਰੇ ਖਿਦਮਤ ਹੈ। ਲੋ ਫਿਰ ਤੁਹਾਨੂੰ ਅੱਜ ਇੱਕ ਮਜ਼ੇਦਾਰ ਜੀ ਗੱਲ ਸੁਣਾਈਏ। ਪੁਰਾਣੇ ਵਕਤਾਂ ਦੀ ਗੱਲ ਹੈ। ਬਾਦਸ਼ਾਹ ਸਲਾਮਤ ਆਪਣੇ ਵਜ਼ੀਰਾਂ ਦੇ ਨਾਲ ਆਪਣੇ ਮਹਿਮੂਲ ਦੇ ਸਫ਼ਰ ਦੇ ਉੱਤੇ ਜਾ ਰਹੇ ਸਨ ਤੇ ਉਹਨਾਂ ਦੇਖਿਆ ਇੱਕ ਉਜਾੜ ਜਗ੍ਹਾ ਦੇ ਉੱਤੇ ਇੱਕ ਬੰਦਾ ਜਿਹੜਾ ਨਾ ਉਹ ਪਿਆ ਹੈ। ਜ਼ਮੀਨ ਵਾਹੀ ਹੋਈ ਹੈ। ਉਹ ਜ਼ਮੀਨ ਦੇ ਵੱਡੇ ਵੱਡੇ ਜਿਹੜੇ ਜਿੱਲ ਹੁੰਦੇ ਨੇ, ਮਤਲਬ ਢੇਲੇ ਹੁੰਦੇ ਨੇ, ਉਹਨਾਂ ਦੇ ਉੱਤੇ ਧੁੱਪ ਦੇ ਵਿੱਚ, ਕੜਕ ਧੁੱਪ ਦੇ ਵਿੱਚ ਉਹ ਬੰਦਾ ਪਿਆ ਅਤੇ ਬਾਦਸ਼ਾਹ ਸਲਾਮਤ ਨੇ ਆਪਣਾ ਘੋੜਾ ਰੋਕਿਆ ਅਤੇ ਉਹਨਾਂ ਕਿਹਾ, ਵਜ਼ੀਰ ਪਤਾ ਕਰ ਯਾਰ, ਬੰਦਾ ਮਰਿਆ ਪਿਆ। ਅਤੇ ਵਜ਼ੀਰ ਹੱਸਿਆ। ਉਹਨੇ ਕਿਹਾ, ਬਾਦਸ਼ਾਹ ਸਲਾਮਤ ਇਹ ਬੰਦਾ ਮਰਿਆ ਨਹੀਂ ਹੈ, ਜ਼ਿੰਦਾ ਹੈ, ਇਹ ਰੈਸਟ ਕਰ ਰਿਹਾ। ਬਾਦਸ਼ਾਹ ਸਲਾਮਤ ਨੇ ਗੁੱਸੇ ਨਾਲ ਕਿਹਾ, ਤੇਰਾ ਦਿਮਾਗ ਖਰਾਬ ਹੈ ਕਿ ਇਹੋ ਜਿਹੀ ਤਪਦੀ ਧੁੱਪ ਦੇ ਵਿੱਚ, ਇਹੋ ਜਿਹੀ ਜ਼ਮੀਨ, ਨਾ ਹਮਵਾਰ ਜ਼ਮੀਨ ਦੇ ਉੱਤੇ ਇਹ ਬੰਦਾ ਕੋਈ ਆਪਣਾ ਰੈਸਟ ਕਰ ਸਕਦਾ? ਇਹ ਮਰਿਆ, ਇਹਦਾ ਦੇ ਆ ਕੇ ਹਾਲਾਤ ਦੇਖ, ਚੈੱਕ ਕਰ ਜਾ ਕੇ। ਖੈਰ ਉਹ ਬੰਦਾ ਜਿਹੜਾ ਵਜ਼ੀਰ ਸੀ ਉਹ ਉੱਠਿਆ, ਘੋੜੇ ਤੋਂ ਥੱਲੇ ਉਤਰਿਆ, ਉਹਨੇ ਜਾ ਕੇ ਜਨਾਬ ਉਹ ਬੰਦੇ ਨੂੰ ਉਠਾਇਆ। ਉਹ ਬੰਦਾ ਉੱਠਿਆ ਅਤੇ ਉਹਨੂੰ ਲੈ ਕੇ ਬਾਦਸ਼ਾਹ ਸਲਾਮਤ ਕੋਲ ਹਾਜ਼ਰ ਹੋ ਗਿਆ। ਬਾਦਸ਼ਾਹ ਸਲਾਮਤ ਨੇ ਪੁੱਛਿਆ, ਹਾਂ ਬਈ ਬੰਦਿਆ, ਤੂੰ ਕੀ ਕਰ ਰਹੇ? ਉਹਨੇ ਕਿਹਾ, ਸਰਕਾਰ ਮੈਂ ਜ਼ਰਾ ਥੱਕ ਗਿਆ ਸਾਂ ਅਤੇ ਮੈਂ ਰੈਸਟ ਕਰ ਰਿਹਾ। ਹੁਣ ਉਹ ਵਜ਼ੀਰ ਦੀ ਗੱਲ ਜਿਹੜੀ ਸੀ ਉਹ ਬਾਦਸ਼ਾਹ ਸਲਾਮਤ ਦੇ ਅੰਦਰ ਸੀ, ਗੱਲ ਜ਼ਿਹਨ 'ਚ ਸੀ ਕਿ ਇਹ ਬੰਦਾ ਜਨਾਬ ਜ਼ਿੰਦਾ ਹੈ ਔਰ ਇਹ ਮਤਲਬ ਖੈਰ ਉਹ ਬਾਦਸ਼ਾਹ ਸਲਾਮਤ ਨੇ ਕਿਹਾ ਕਿ ਤੂੰ ਮੇਰੇ ਨਾਲ ਯਾਰ ਮੇਰੇ ਮਹਿਲ 'ਚ ਚੱਲ। ਉਹਨੂੰ ਆਪਣੇ ਮਹਿਲ 'ਚ ਲੈ ਜਾਂਦਾ ਅਤੇ ਵਜ਼ੀਰ ਨੂੰ ਪੁੱਛਦਾ ਹੈ ਕਿ ਵਜ਼ੀਰ ਜਿਹੜਾ ਉਹਨੂੰ ਪੁੱਛਦਾ ਹੈ ਬਾਦਸ਼ਾਹ ਕਿ ਯਾਰ ਇਹ ਬੰਦੇ ਦਾ ਕਿਸ ਤਰ੍ਹਾਂ ਮੁਮਕਿਨ ਹੈ ਕਿ ਇਹੋ ਜਿਹੀ ਤਪਤੀ ਧੁੱਪ ਦੇ ਵਿੱਚ ਇਹ ਬੰਦਾ ਮਤਲਬ ਕਰ ਲੈਂਦਾ ਹੈ, ਬੜਾ ਮਜ਼ਬੂਤ ਇਨਸਾਨ ਮੈਨੂੰ ਲੱਗਦਾ ਹੈ। ਬਾਦਸ਼ਾਹ ਨੇ ਕਿਹਾ, ਨਹੀਂ ਸਰਕਾਰ, ਐਸੀ ਗੱਲ ਨਹੀਂ ਹੈ, ਰਹਿਤ ਮਲੂਕ ਹੁੰਦੀ ਹੈ, ਜ਼ਾਤ ਮਲੂਕ ਕਿਸੇ ਦੀ ਨਹੀਂ ਹੁੰਦੀ। ਉਹਨੇ ਕਿਹਾ, ਕੀ ਮਤਲਬ? ਉਹਨੇ ਕਿਹਾ, ਯਾਰ ਮਸਲਾ ਇਹ ਹੈ ਕਿ ਦੇਖੋ ਬੜੀ ਸਿੰਪਲ ਜੀ ਗੱਲ ਹੈ ਕਿ ਇਹੋ ਹੀ ਬੰਦਾ ਅਗਰ 2-4 ਮਹੀਨੇ ਤੁਹਾਡੀ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੇ, ਪਿਆਰੇ ਪਿਆਰੇ ਬਿਸਤਰਾਂ 'ਚ ਰਵੇ, ਅੱਛਾ ਖਾਣਾ ਖਾਵੇ, ਅਤੇ ਇਹ ਵੀ ਨਾਜ਼ੁਕ ਮਿਜਾਜ਼ ਹੋ ਜਾਏਗਾ, ਇਹਨੂੰ ਵੀ ਮਤਲਬ ਹਰ ਚੀਜ਼ ਜਿਹੜੀ ਹੈ ਨਾ ਉਹ ਮਹਿਸੂਸ ਹੋਣਾ ਸ਼ੁਰੂ ਹੋ ਜਾਏਗੀ। ਬਾਦਸ਼ਾਹ ਸਲਾਮਤ ਨੇ ਕਿਹਾ ਕਿ ਨਹੀਂ, ਐਸਾ ਤਾਂ ਨਹੀਂ ਹੋ ਸਕਦਾ। ਖੈਰ ਉਹਨੇ ਕਿਹਾ, ਜੀ ਹੋਏਗਾ। ਉਹਨੇ ਕਿਹਾ, ਚਲੋ ਠੀਕ ਹੈ ਜੀ, ਫਿਰ ਕਰਕੇ ਦੱਸੋ। ਉਹ ਵਜ਼ੀਰ ਨੇ ਜਨਾਬ ਉਹਨੂੰ ਇੱਕ ਸਪੈਸ਼ਲ ਜਿਹੜਾ ਹੈ ਬੈੱਡ ਦੇ ਦਿੱਤਾ। ਉਹਦੇ ਉੱਤੇ ਮਖਮਲ ਦੀ ਸ਼ੀਟ ਵਿਛਾ ਕੇ, ਚਾਦਰ ਵਿਛਾ ਕੇ ਜਨਾਬ ਉਹਨੂੰ ਉਹਦੇ 'ਤੇ ਬਿਹਤਰੀਨ ਖਾਣਾ ਜਿਹੜਾ ਬਾਦਸ਼ਾਹ ਉਹਨੂੰ ਮੁਯੱਸਰ ਹੁੰਦਾ ਸੀ ਉਹ ਦੇਣਾ ਸ਼ੁਰੂ ਕਰ ਦਿੱਤਾ। ਅਤੇ ਨਾਲ ਇਹ ਦੱਸ ਦਿੱਤਾ, ਬਾਦਸ਼ਾਹ ਨੇ ਕਿਹਾ ਕਿ ਬਈ ਤੈਨੂੰ ਕਿਸੇ ਕਿਸਮ ਦੀ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ ਆ ਕੇ। ਉਹ ਕੋਈ 2-3 ਮਹੀਨੇ ਗੁਜ਼ਰੇ ਅਤੇ ਇੱਕ ਦਿਨ ਉਹ ਬੰਦਾ ਆ ਕੇ ਅਤੇ ਬਾਦਸ਼ਾਹ ਅੱਗੇ ਰੋਣ ਲੱਗ ਪਿਆ। ਬਾਦਸ਼ਾਹ ਨੇ ਕਿਹਾ, ਕੀ ਹੋਇਆ ਬਈ? ਉਹਨੇ ਕਿਹਾ, ਬਾਦਸ਼ਾਹ ਸਲਾਮਤ, ਮੈਂ ਪੂਰੀ ਰਾਤ ਜਾਗਦਾ ਰਿਹਾ, ਮੈਂ ਬੜੇ ਪਰੇਸ਼ਾਨ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਬਿਸਤਰ ਦੇ ਵਿੱਚ ਕਿਹੜੀਆਂ ਚੀਜ਼ਾਂ ਸਨ ਜਿਹੜੀਆਂ ਮਤਲਬ ਸਾਰੀ ਰਾਤ ਜਿਨ੍ਹਾਂ ਨੇ ਮੈਨੂੰ ਸੌਣ ਨਹੀਂ ਦਿੱਤਾ। ਬਾਦਸ਼ਾਹ ਨੇ ਵਜ਼ੀਰ ਨੂੰ ਬੁਲਾਇਆ, ਯਾਰ ਇੱਧਰ ਆ, ਇਹ ਸ਼ਿਕਾਇਤ ਕਰ ਰਿਹਾ ਬੰਦਾ, ਕਿਹੜੀ ਚੀਜ਼ ਸੀ ਇਹਦੇ ਬਿਸਤਰ ਜਿਹੜਾ ਇਹਨੂੰ ਸੌਣ ਨਹੀਂ ਦਿੱਤਾ, ਇਹਦੀ ਨੀਂਦ ਡਿਸਟਰਬ ਹੋਈ ਹੈ। ਅਤੇ ਉਹ ਵਜ਼ੀਰ ਜਿਹੜਾ ਸੀ ਮੁਸਕਰਾਇਆ। ਉਹਨੇ ਕਿਹਾ, ਬਾਦਸ਼ਾਹ ਸਲਾਮਤ, ਆਓ ਚੱਲੀਏ, ਦਿਖਾਉਂਦੇ ਹਾਂ ਤੁਹਾਨੂੰ। ਉਹ ਜਿਸ ਵੇਲੇ ਗਏ, ਉਹਦੇ ਬਿਸਤਰ ਦੇ ਉੱਤੇ ਹੱਥ ਮਾਰਿਆ ਅਤੇ ਸਰਸੋਂ ਦੇ ਦਾਣੇ ਜਿਹੜੇ ਚੰਦ ਸਨ ਉਹ ਵਜ਼ੀਰ ਨੇ ਉਹਦੇ ਬਿਸਤਰ ਦੇ ਉੱਤੇ ਸੁੱਟ ਦਿੱਤੇ ਸਨ। ਉਹਨੇ ਕਿਹਾ, ਬਾਦਸ਼ਾਹ ਸਲਾਮਤ, ਇਹ ਸਰਸੋਂ ਦੇ ਦਾਣੇ ਨੇ ਚੰਦ, ਜਿਹੜੇ ਅੱਜ ਇਹਨੂੰ ਵੱਡੇ ਵੱਡੇ ਜਿੱਲੜ ਨਜ਼ਰ ਆ ਰਹੇ ਨੇ, ਅਤੇ ਜਿਸ ਵੇਲੇ ਇਹ ਜਿਲੜਾਂ 'ਤੇ ਸੁੱਤਾ ਸੀ ਅਤੇ ਇਹਨੂੰ ਸਕੂਨ ਮੁਯੱਸਰ ਹੁੰਦਾ ਸੀ। ਅਤੇ ਬਾਦਸ਼ਾਹ ਨੂੰ ਤਸਲੀਮ ਕਰਨਾ ਪੈ ਗਿਆ ਕਿ ਹਾਂ ਵੀ ਬਿਲਕੁਲ ਠੀਕ ਹੈ ਕਿ ਚੰਦ ਦਿਨਾਂ ਦੇ ਵਿੱਚ ਇਹ ਬੰਦੇ ਨੇ ਆਪਣਾ ਇਸ ਤਰ੍ਹਾਂ ਮਤਲਬ ਨਾਜ਼ੁਕ ਹੋ ਗਿਆ ਕਿ ਮਤਲਬ ਇਹਨੂੰ ਸਰਸੋਂ ਦੇ ਦਾਣੇ ਵੀ ਜਿਹੜੇ ਨੇ ਉਹ ਵੱਡੇ ਵੱਡੇ ਜਿਹੜੇ ਜਿੱਲੜ ਨਜ਼ਰ ਆਉਣਾ ਸ਼ੁਰੂ ਹੋ ਗਏ ਨੇ। ਅਤੇ ਦੋਸਤੋ, ਗੱਲ ਕਰਨ ਦਾ ਮਤਲਬ ਇਹ ਹੈ ਕਿ ਇਨਸਾਨ ਜਿਹੜਾ ਹੁੰਦਾ ਹੈ, ਅੱਲਾਹ ਪਾਕ ਨੇ ਸਭ ਨੂੰ ਇੱਕ ਜਿਹਾ ਪੈਦਾ ਕੀਤਾ ਹੁੰਦਾ ਹੈ। ਆਸਾਇਸ਼ਾਂ ਅਤੇ ਮਜਬੂਰੀਆਂ ਜਿਹੜੀਆਂ ਨੇ ਉਹ ਇਨਸਾਨ ਨੂੰ ਤਬਦੀਲ ਕਰ ਦਿੰਦੀਆਂ ਨੇ। ਅਗਰ ਕਿਸੇ ਦੀ ਮਜਬੂਰੀ ਹੋਵੇ ਅਤੇ ਉਹਨੂੰ ਹਾਰਡ ਵਰਕਰ ਬਣਾ ਦਿੰਦੀ ਹੈ, ਉਹਨੂੰ ਧੁੱਪ ਵੀ ਧੁੱਪ ਨਹੀਂ ਲੱਗਦੀ ਅਤੇ ਉਹਨੂੰ ਨਾ ਹਮਵਾਰ ਜ਼ਮੀਨ ਵੀ ਜਿਹੜੀ ਹੈ ਉਹ ਹਮਵਾਰ ਲੱਗਦੀ ਹੈ। ਅਤੇ ਜੇ ਉਹਨੂੰ ਸਕੂਨ ਹੋਵੇ, ਮੁਯੱਸਰ ਹੋਵੇ, ਅਤੇ ਉਹਨੂੰ ਮਖਮਲ ਦੇ ਬਿਸਤਰ ਦੇ ਉੱਤੇ ਸਰਸੋਂ ਦੇ ਦਾਣੇ ਵੀ ਜਿਹੜੇ ਨੇ ਉਹ ਵੱਡੇ ਵੱਡੇ ਪੱਥਰ ਅਤੇ ਜਿੱਲੜ ਨਜ਼ਰ ਆਉਂਦੇ ਨੇ। ਅਤੇ ਦੋਸਤੋ, ਮੇਰੀ ਵੀਡੀਓ ਆਡੀਓ ਪਸੰਦ ਆਈ ਹੋਏ, ਮੇਰੀ ਗੱਲ ਪਸੰਦ ਆਈ ਹੋਏ ਤਾਂ ਇਹਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਇਨਸ਼ਾ ਅੱਲਾਹ ਤਾਲਾ ਇਸੇ ਤਰ੍ਹਾਂ ਦੀਆਂ ਮੁਫੀਦ ਦੀਆਂ ਗੱਲਾਂ ਦੇ ਨਾਲ ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।